ਵੈਲ ਕੈਨੇਡਾ ਸਟੱਡੀ ਵੀਜ਼ਾ ਲਈ ਜਦੋਂ ਦੇ ਕੈਨੇਡਾ ਸਰਕਾਰ ਨੇ 4 ਟੈਸਟ ਹੋਰ ਅਪਰੂਵ ਕੀਤੇ ਨੇ ਆਇਲਸ ਦਾ ਬੱਚੇ ਬਹੁਤ ਬੇਸਬਰੀ ਨਾਲ ਵੇਟ ਕਰ ਰਹੇ ਸੀਗੇ ਕਿ ਕਦੋਂ ਤੋਂ ਇਹ ਸਿਸਟਮ ਲਾਗੂ ਹੋਏਗਾ। 10 ਅਗਸਤ ਵੀ ਲੰਘ ਗਈ ਐਂਡ ਸਿਸਟਮ ਜਿਹੜਾ ਹੈਗਾ ਉਹਦੇ ਵਿੱਚ ਹਲੇ ਸ਼ੋ ਨਹੀਂ ਹੋ ਰਿਹਾ ਸੀਗਾ ਕਿ ਕਿਹੜੇ ਤੇ ਜਾ ਕੇ ਕਿੱਥੇ ਕਲਿੱਕ ਕਰੇ ਤੇ ਆਇਲਸ ਤੋਂ ਇਲਾਵਾ ਜਿਹੜੇ TRF ਜਿਹੜੇ ਹੈਗੇ ਦੂਜੇ ਜਿਹੜੇ ਚਾਹੇ ਉਹ PTE ਦਾ ਹੈਗਾ ਚਾਹੇ ਉਹ ਜਿਹੜੇ ਮਰਜ਼ੀ ਉਹ ਟੈਸਟ ਦਾ ਉਹ ਅਸੀਂ ਅਪਲੋਡ ਕਰਾਂਗੇ ਕਿਉਂਕਿ ਉਹ ਵਿਜ਼ੀਬਲ ਨਹੀਂ ਸੀਗਾ ਜਦੋਂ ਵੀ ਕੋਈ ਫਾਈਲ ਅਪਲਾਈ ਹੋ ਰਹੀ ਸੀਗੀ ਈਵਨ ਚਾਹੇ 10 ਅਗਸਤ ਤੋਂ ਬਾਅਦ ਵੀ ਉਹਦੇ ਵਿੱਚ ਕਿਤੇ ਵੀ ਉਹ ਦੂਜੇ ਹੋਰ ਟੈਸਟਾਂ ਦਾ ਮੈਂਸ਼ਨ ਨਹੀਂ ਹੋ ਰਿਹਾ ਸੀਗਾ ਤਾਂ ਸਰਕਾਰ ਨੇ ਉਹ ਚੀਜ਼ ਨੂੰ ਅਪਰੂਵ ਕਰ ਦਿੱਤਾ ਸੀਗਾ ਐਂਡ ਬੱਚਿਆਂ ਦੀ ਜਿਹੜੀ ਬੇਸਬਰੀ ਸੀਗੀ ਉਹਨਾਂ ਨੂੰ ਥੋੜਾ ਜਿਹਾ ਨਾ ਤੰਗ ਕਰ ਰਹੀ ਸੀ ਨਿਰਾਸ਼ ਕਰ ਰਹੀ ਸੀ ਐਂਡ ਐਮਬੈਸੀ ਨੂੰ ਜਦੋਂ ਮੇਲ ਵਗੈਰਾ ਪਾਉਂਦੇ ਸੀਗੇ ਸੋ ਦੇ ਵਰ ਜਸਟ ਸੇਇੰਗ ਦੈਟ ਵੀ ਆਰ ਅਪਡੇਟਿੰਗ ਦ ਸਿਸਟਮ ਐਂਡ ਇਹਦੇ ਵਿੱਚ ਹੋਇਆ ਕੀ ਪ੍ਰੋਬਲਮ ਕੀ ਆਈ ਕਿ ਕਿਤੇ ਨਾ ਕਿਤੇ ਇੱਕ ਨਿਰਾਸ਼ਾ ਜੀ ਹੋਣ ਲੱਗ ਪਈ ਬੱਚਿਆਂ ਨੂੰ ਕਿ ਸ਼ਾਇਦ ਕਿ ਸਭ ਫੇਕ ਹੈ ਨਹੀਂ ਹੋਏਗਾ। ਪਹਿਲੀ ਗੱਲ ਤਾਂ ਮੈਂ ਕਹਿਣੀ ਚਾਹੁੰਦਾ ਬੇਟਾ ਇਟ ਹੈਜ਼ ਬੀਨ ਅਪਰੂਵਡ ਹੋ ਚੁੱਕਾ ਹੈ ਠੀਕ ਹੈ ਐਂਡ ਇਹਦਾ ਜੋ ਇੱਕ ਹੱਲ ਹੈਗਾ ਉਹ ਐਮਬੈਸੀ ਨੇ ਕਰ ਦਿੱਤਾ ਹੈ। ਪਹਿਲੀ ਗੱਲ ਤਾਂ ਇਹ ਗੱਲ ਸਮਝੋ ਤੁਸੀਂ ਅੱਜ ਲਾ ਸਕਦੇ ਹੋ ਫਾਈਲ PTE ਦੇ ਨਾਲ ਤੁਸੀਂ ਅੱਜ ਫਾਈਲ ਲਾ ਸਕਦੇ ਹੋ TOEFL ਦੇ ਨਾਲ ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ। ਇਹ ਤਾਂ ਰਹੀ ਇੱਕ ਪਾਸੇ ਦੀ ਗੱਲ। ਹੁਣ ਇਹਨੂੰ ਕਰਨਾ ਕਿੱਦਾਂ ਆ ਹੁਣ ਇੱਕ ਮੈਂ ਤੁਹਾਨੂੰ ਹੋਰ ਅਪਡੇਟ ਮੈਂ ਤੁਹਾਨੂੰ ਦਿਖਾ ਰਿਹਾ देयर इज एन ਅਪਡੇਟ ਹੁਣ ਅਪਡੇਟ ਇੱਕ ਹੋਇਆ ਠੀਕ ਹੈ ਇਹ ਮੈਂ ਤੁਹਾਡੀ ਜਿਹੜੀ ਹੈਗੀ ਸਕਰੀਨ ਤੇ ਵੀ ਤੇ ਸਕਰੀਨਸ਼ਾਟ ਫਲੈਸ਼ ਕਰ ਦੂੰਗਾ ਤੁਸੀਂ ਉਹਨੂੰ ਬੜੇ ਆਰਾਮ ਨਾਲ ਪੜ੍ਹ ਸਕਦੇ ਹੋ। ਉਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਵੀ ਆਰ ਫੇਸਿੰਗ ਅ ਸਿਸਟਮ ਐਰਰ ਸਾਡੇ ਸਿਸਟਮ ਦੇ ਇੱਕ ਐਰਰ ਅਸੀਂ ਫੇਸ ਕਰ ਰਹੇ ਹਾਂ ਐਂਡ ਸਮ ਆਫ ਦ ਲੈਂਗੁਏਜ ਟੈਸਟ ਡੂ ਨਾਟ ਅਪੀਅਰ ਐਜ਼ ਐਨ ਆਪਸ਼ਨ ਫॉर द ਐਪਲੀਕੈਂਟ ਟੂ ਸਿਲੈਕਟ ਠੀਕ ਹੈ ਉਹੀ ਗੱਲ ਕਿ ਹੱਲੇ ਵੀ ਜਿਹੜਾ ਹੈਗਾ ਐਮਬੈਸੀ ਜਿਹੜੀ ਵੈਬਸਾਈਟ ਹੈ CIC ਪੋਰਟਲ ਜਿਹੜਾ ਆ ਉਹਨਾਂ 'ਚ ਕੋਈ ਸਿਸਟਮ ਦੀ ਕੋਈ ਐਰਰ ਆਈ ਹੋਏ ਜਿਹਦੇ ਕਰਕੇ ਬਾਕੀ ਆਪਸ਼ਨਸ ਨਹੀਂ ਦਿਖ ਰਹੇ। This is affecting applicants who are applying with the language test result for one of the new test ਜਿੰਨੇ ਵੀ ਨਵੇਂ ਟੈਸਟ ਅਪਰੂਵ ਹੋਏ ਨੇ ਉਹਨਾਂ ਦੇ ਜਿਹੜੇ ਬੱਚੇ ਅਪਲਾਈ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਇਹ ਚੀਜ਼ ਅਫੈਕਟ ਕਰ ਰਹੀ ਹੈ। ਹੁਣ ਇਹਦਾ ਸੋਲੂਸ਼ਨ ਕੀ ਦਿੱਤਾ ਆ ਅਗਰ ਤੁਸੀਂ ਇਹਦਾ ਸੋਲੂਸ਼ਨ ਲੱਭਣਾ ਚਾਹੁੰਦੇ ਹੋ ਜਾਂ ਕਹ ਲਓ ਕਿ ਤੁਹਾਨੂੰ ਇੱਕ ਪ੍ਰੂਫ ਚਾਹੀਦਾ ਆ ਸੋ ਦਿਸ ਅਪਡੇਟ ਇਜ਼ ਫॉर ਯੂ। ਉਹਨਾਂ ਨੇ ਕਿਹਾ ਆ ਕਿ ਟੂ ਮੇਕ ਸ਼ੋਰ ਯੂਰ ਐਪਲੀਕੇਸ਼ਨ ਇਜ਼ ਪ੍ਰੋਸੈਸਡ ਐਜ਼ ਐਨ SGS ਐਪਲੀਕੇਸ਼ਨ ਅਗਰ ਤੁਸੀਂ ਚਾਹੁੰਦੇ ਹੋ ਤੁਸੀਂ PTE ਕੀਤੀ ਹੈ TOEFL ਕੀਤੀ ਹੈ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜਿਹੜੀ ਪ੍ਰੋਫਾਈਲ ਹੈ ਉਹ SGS ਦੇ ਤਹਿਤ ਪ੍ਰੋਸੈਸ ਹੋਵੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਤੁਸੀਂ ਧਿਆਨ ਨਾਲ ਗੱਲ ਸਮਝੋ। ਪਹਿਲਾ ਪੁਆਇੰਟ ਜਦੋਂ ਉੱਥੇ ਇੱਕ ਲਾਈਨ ਆਉਂਦੀ ਹੈ when asked if you have taken a language test in past 2 years ਤੁਸੀਂ yes IELTS ਤੇ ਕਲਿੱਕ ਕਰਨਾ ਚਾਹੇ ਤੁਸੀਂ PTE ਕੀਤੀ ਹੈ ਚਾਹੇ TOEFL ਕੀਤੀ ਹੈ ਤੁਸੀਂ yes IELTS ਤੇ ਕਲਿੱਕ ਕਰਨਾ ਹੈ। ਹੁਣ ਤੁਸੀਂ ਕਹੋਗੇ ਫਿਰ ਸਾਰੇ ਫਾਇਦਾ ਕੀ ਹੋਇਆ ਇਹਦੀ ਜਸਟੀਫਿਕੇਸ਼ਨ ਜੋ ਐਮਬੈਸੀ ਨੇ ਦਿੱਤੀ ਉਹ ਚ ਕਰਨਾ ਕੀ ਆ ਅਗਲਾ ਜੋ ਤੁਸੀਂ ਕਰਨਾ ਕਿ ਅਗਲਾ ਜਦੋਂ ਕੁਐਸਚਨ ਪੁੱਛੋਗੇ when asked if your result tests were 6.0 or higher ਤਾਂ ਵੀ ਤੁਸੀਂ yes ਕਲਿੱਕ ਕਰਨਾ ਐਂਡ ਜਿੱਥੇ ਤੁਹਾਨੂੰ ਅਪਲੋਡ ਕਰਨ ਨੂੰ ਕਿਹਾ ਹੁੰਦਾ ਜਿੱਥੇ ਲਿਖਿਆ ਹੁੰਦਾ ਨਾ ਕਿ ਪ੍ਰੂਫ ਆਫ ਯੂਰ IELTS ਰਿਜ਼ਲਟਸ ਉੱਥੇ ਤੁਸੀਂ ਆਪਣਾ TOEFL ਦਾ ਜਾਂ PTE ਦਾ ਜੋ ਵੀ ਤੁਹਾਡਾ ਸਰਟੀਫਿਕੇਟ ਹੈਗਾ ਆ ਜੋ ਵੀ ਤੁਹਾਡਾ TRF ਹੈਗਾ ਤੁਸੀਂ ਉੱਥੇ ਉਹ ਅਪਲੋਡ ਕਰ ਦੇਣਾ ਠੀਕ ਹੈ। ਕਹਿਣ ਦਾ ਮੋਟਿਵ ਕੀ ਆ ਕਿ ਜਿਹੜਾ ਕਿ ਜਿੱਥੇ ਇੱਕ ਉਹਨਾਂ ਨੇ ਪ੍ਰੋਪਰ ਇੱਕ ਨਾ ਸੈਗਮੈਂਟ ਦਿੱਤਾ ਹੋਇਆ ਹੈ ਕਿ ਤੁਸੀਂ IELTS ਦਾ TRF ਇੱਥੇ ਅਪਲੋਡ ਕਰਨਾ ਉੱਥੇ ਹੁਣ ਤੁਸੀਂ TOEFL ਤੇ PTE ਦਾ ਅਪਲੋਡ ਕਰ ਦੇਣਾ ਐਂਡ ਇਸ ਤੋਂ ਬਾਅਦ ਕੀ ਕਰਨਾ ਜਿਹੜੀ ਤੁਹਾਡੀ SOP ਹੈ ਜਾਂ ਕਹ ਲਓ ਕਿ ਸਟੇਟਮੈਂਟ ਆਫ ਪਰਪਸ ਹੈ ਉਹਦੇ ਵਿੱਚ ਇਹ ਗੱਲ ਤੁਸੀਂ ਬਕਾਇਦਾ ਤੁਸੀਂ ਲਿਖ ਦੇਣੀ ਹੈ ਕਿ since I have done TOEFL or PTE and I have scored this much marks I am eligible for SGS category as per the new updations given after 10th of August ठीक है and due to system error या technical error I am just uploading it in the case of your IELTS TRF as requested by the embassy and ਜਿਹੜਾ ਹੈਗਾ ਆ ਸਕਰੀਨਸ਼ਾਟ ਇਹਦਾ ਚਾਹੇ ਇੱਕ ਵਾਰੀ ਵੀਡੀਓ ਦੇ ਸਕਰੀਨਸ਼ਾਟ ਲੈ ਲਿਓ ਇਹ ਚਾਹੇ ਸਕਰੀਨਸ਼ਾਟ ਤੁਸੀਂ ਆਪਣੇ ਨਾ ਉਹਦੇ ਵਿੱਚ ਜਿਹੜਾ ਤੁਹਾਡਾ SOP ਦੇ ਵਿੱਚ ਉਹਨੂੰ ਅਪਲੋਡ ਕਰ ਸਕਦੇ ਹੋ ਬਿਕੋਜ਼ ਇਹਦੇ ਨਾਲ ਕੀ ਹੋਏਗਾ ਐਮਬੈਸੀ ਨੂੰ ਇੱਕ ਗੱਲ ਸਮਝ ਆ ਜਾਏਗੀ ਕਿ ਹਾਂ ਐਸ ਪਰ ਜੋ ਅਸੀਂ ਡਾਇਰੈਕਟ ਕੀਤਾ ਸੀਗਾ ਬੱਚੇ ਨੇ ਉਸ ਹਿਸਾਬ ਨਾਲ ਆਪਣੀ ਫਾਈਲ ਲਾਂਚ ਕੀਤੀ ਹੈ। ਵੈਲ ਇਹ ਵੈਸੇ ਸਾਰਾ ਕੰਮ ਤੁਹਾਡੇ ਏਜੰਟਸ ਦਾ ਹੈਗਾ ਏਜੰਟਸ ਤੁਹਾਡੇ ਸਾਰਾ ਕੰਮ ਕਰਨਗੇ ਬਟ ਆਈ ਜਸਟ ਵਾਂਟਡ ਟੂ ਮੇਕ ਯੂ ਆਲਸੋ ਅਵੇਅਰ ਕਿ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਅਗਰ ਆਪਣੀ ਫਾਈਲ ਲਾਂਚ ਕਰਵਾ ਰਹੇ ਹੋ ਤੇ ਤੁਸੀਂ PTE ਐਂਡ TOEFL ਦੇ ਨਾਲ ਹੁਣ SGS ਕੈਟਾਗਰੀ ਦੇ ਵਿੱਚ ਫਾਈਲ ਲਾਂਚ ਕਰ ਸਕਦੇ ਹੋ ਐਂਡ ਦੈਟ ਟੂ ਚਾਹੇ ਜਦੋਂ ਮਰਜ਼ੀ ਕਰ ਲਓ। ਪਿਛਲੇ ਹਫਤੇ ਅਪਡੇਟ ਨਹੀਂ ਹੋਇਆ ਸੀਗਾ that has been there from this week ਇਹ ਹੁਣੇ ਅਪਡੇਟ ਹੋਇਆ ਐਂਡ ਤੁਹਾਨੂੰ ਇਸ ਚੀਜ਼ ਬਾਰੇ ਪਤਾ ਹੋਣਾ ਚਾਹੀਦਾ ਹੈ ਠੀਕ ਹੈ। ਸੋ ਉਮੀਦ ਹੈ ਜਿਹੜਾ ਅੱਜ ਦਾ ਅਪਡੇਟ ਹੈਗਾ ਜਾਂ ਕਹ ਲਓ ਕਿ ਜੋ ਮੈਂ ਤੁਹਾਨੂੰ ਇੱਕ ਫਰੈਸ਼ ਅਪਡੇਟ ਦਿੱਤਾ ਦਿਸ ਵਿਲ ਬੀ ਹੈਲਪਫੁਲ ਫॉर ਯੂ ਠੀਕ ਹੈ। ਇਹਨੂੰ ਧਿਆਨ ਨਾਲ ਇੱਕ ਵਾਰੀ ਚਾਹੇ ਦੁਬਾਰਾ ਪੜ੍ਹ ਲਓ ਇੱਕ ਵਾਰੀ ਦੁਬਾਰਾ ਸਮਝ ਲਓ ਐਂਡ ਆਪਣੀ ਜੋ ਫਾਈਲ ਲਾਂਚ ਕਰਨੀ ਹੈ ਉਹਨੂੰ ਇੱਕ ਸੁਚੱਜੇ ਢੰਗ ਦੇ ਨਾਲ ਕਰੋ। ਸੋ ਥੈਂਕ ਯੂ ਐਵਰੀਬਾਡੀ ਐਂਡ ਬਲੈਸ ਯੂ।